पंजाब फोक्स न्यूज़ देख रहे सारे दर्शकों का बहुत बहुत स्वागत। प्रोग्राम ना कहो से दोस्ती ना कहो से बैर लैके हाज़र हाँ। मैं तुहाडा अपना रजिंदर सिंह बराड़। अज आपां अपने नाल उगे वकील स्टूडियो दे विच धीरज कुमार एडवोकेट अज बैठे ने ते इन्हां नाल आपां अज पत्रकारिता नूं दरपेश आ रही मुश्किलां ते विचार चर्चा करांगे। वकील साहब तुहाडा बहुत बहुत स्वागत है। सत श्री अकाल जी सारे दोस्तों नूं। वकील साहब बड़े सारे विषे ਜਿਹੜੇ ਹੁੰਦੇ ਆ ਤੁਹਾਡੇ ਨਾਲ ਸਾਂਝੇ ਵੀ ਕਰਦੇ ਆ, ਤੁਹਾਡੇ ਤੋਂ ਜਾਣਕਾਰੀ ਵੀ ਜਿਹੜੀ ਸਾਡੇ ਦਰਸ਼ਕ ਹੈ ਜਿਹੜੇ ਆਏ ਦਿਨ ਦੇਖਦੇ ਰਹਿੰਦੇ ਨੇ, ਤੁਹਾਡੇ ਵੱਲੋਂ ਜਿਹੜੇ ਟਿਪਸ ਦਿੱਤੇ ਜਾਂਦੇ ਨੇ। ਅੱਜ ਆਪਾਂ ਇਸ ਵਿਸ਼ੇ ਤੇ ਬੈਠੇ ਪੱਤਰਕਾਰਤਾ ਜਿਹੜਾ ਹੈ ਫੋਰਥ ਪਿਲਰ ਹੈ ਜਿਹੜਾ ਸੰਵਿਧਾਨ ਦਾ ਹੈ ਤੇ ਉਹਦੇ ਤਹਿਤ ਆਪਾਂ ਅੱਜ ਵਿਚਾਰ ਚਰਚਾ ਕਰਨੀ ਹੈ ਵੀ ਸਰਕਾਰਾਂ ਦੀਆਂ ਬੇਰੁਖੀਆਂ ਜਿਹੜੀਆਂ ਹੈਗੀਆਂ ਪੱਤਰਕਾਰਾਂ ਪ੍ਰਤੀ, ਜਿਹੜੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਬੜੀ ਬੇਰੁਖੀ ਦੇ ਨਾਲ ਉਹ ਪੱਤਰਕਾਰਾਂ ਨਾਲ ਪੇਸ਼ ਆਈਆਂ ਨੇ। ਇਹਦਾ ਕੀ ਕਾਰਨ ਹੈ ਵੀ ਪੱਤਰਕਾਰਾਂ ਨੂੰ ਜਿਹੜਾ ਹੈ ਸਰਕਾਰ ਵੱਲੋਂ ਇਸ ਤਰ੍ਹਾਂ ਇਸ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਜਾਂ ਉਹਨਾਂ ਨੂੰ ਸਹੂਲਤਾਂ ਤੋਂ ਵਾਂਝਾ ਰੱਖਿਆ ਜਾਂਦਾ? ਬਰਾੜ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਪੱਤਰਕਾਰ ਨੂੰ ਕਿਹਾ ਤਾਂ ਇਹ ਗਿਆ ਵੀ ਡੈਮੋਕ੍ਰੇਸੀ ਦਾ ਇਹ ਫੋਰਥ ਪਿਲਰ ਹੈ। ਮਤਲਬ ਫੋਰਥ ਪਿਲਰ ਦਾ ਲੌਜਿਕ ਕੀ ਹੈ ਵੀ ਮੰਨ ਕੇ ਚੱਲੋ ਇੱਕ ਕਾਰ ਹੈ, ਉਹ 4 ਟਾਇਰਾਂ 'ਤੇ ਚੱਲਦੀ ਹੈ। ਇੱਕ ਟਾਇਰ ਉਹਦਾ ਪੈਂਚਰ ਹੋ ਗਿਆ ਤਾਂ ਉਹ ਕਾਰ ਅੱਗੇ ਨਹੀਂ ਚੱਲ ਸਕਦੀ। ਉਸੇ ਤਰ੍ਹਾਂ ਪੱਤਰਕਾਰਤਾ ਨੂੰ ਫੋਰਥ ਪਿਲਰ, ਮੇਨ ਪਿਲਰ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ। ਉਹਦਾ ਲੌਜਿਕ ਕੀ ਹੈ? ਉਹਦਾ ਲੌਜਿਕ ਇਹ ਹੈ, ਇੰਡੀਆ ਦੇ ਵਿੱਚ ਲੋਕਤੰਤਰ ਨੂੰ ਮੁੱਖ ਰੱਖਿਆ ਗਿਆ। ਕੋਈ ਵੀ ਗੌਰਮੈਂਟ ਕਾਨੂੰਨ ਬਣਾਊਗੀ ਉਹ ਲੋਕਤੰਤਰ ਨੂੰ ਦੇਖ ਕੇ ਬਣਾਊਗੀ, ਲੋਕਾਂ ਦੇ ਹਿੱਤ ਲਈ। ਪੱਤਰਕਾਰ ਇੱਕ ਐਸੀ ਚੀਜ਼ ਹੈ, ਇਹ ਐਸਾ ਪੇਸ਼ਾ ਹੈ ਜਿਸ ਨੇ ਲੋਕਤੰਤਰ ਨੂੰ ਉਭਾਰ ਕੇ ਰੱਖਣਾ, ਲੋਕਾਂ ਨੂੰ ਮੁੱਖ ਰੱਖਣਾ ਵੀ ਲੋਕਾਂ ਨੂੰ ਕੀ ਮੁਸ਼ਕਿਲਾਂ ਆ ਰਹੀਆਂ ਨੇ ਸਰਕਾਰਾਂ ਤੋਂ, ਜਾਂ ਜੋ ਕਾਨੂੰਨ ਕੋਈ ਵੀ ਬਣਿਆ ਉਹਦੇ ਨਾਲ ਕੀ ਮੁਸ਼ਕਿਲ ਆ ਰਹੀ ਹੈ। ਹੁਣ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਇਹ ਫੋਰਥ ਪਿਲਰ ਆਪਾਂ ਕਹਿੰਦੇ ਹਾਂ ਡੈਮੋਕ੍ਰੇਸੀ ਦਾ, ਇਹਨੂੰ ਦੱਬਿਆ ਜਾ ਰਿਹਾ ਸਰਕਾਰਾਂ ਵੱਲੋਂ। ਉਹਦਾ ਲੌਜਿਕ ਇਹ ਹੋ ਗਿਆ ਜੀ ਕਿ ਫੋਰਥ ਜੋ ਪਿਲਰ ਕੰਮ ਕਰ ਰਿਹਾ ਲੋਕਤੰਤਰ ਲਈ, ਸਰਕਾਰ ਨੇ ਮੰਨ ਕੇ ਚਲੋ ਇੱਕ ਕਾਨੂੰਨ ਬਣਾਇਆ ਕਾਨੂੰਨ ਬਣਾਇਆ, ਉਹ ਜਨਤਾ ਦੇ ਹਿੱਤ ਲਈ ਬਣਾਉਣਾ ਸੀਗਾ। ਕਿਤੇ ਨਾ ਕਿਤੇ ਕਾਨੂੰਨ ਬਣਾਉਣ ਵਾਲੇ ਉਹਦੇ ਵਿੱਚ ਆਪਣਾ ਹਿਡਨ ਬੈਨੀਫਿਟ ਰੱਖ ਗਏ ਜੀ। ਉਹ ਹਿਡਨ ਬੈਨੀਫਿਟ ਰੱਖ ਗਏ ਤਾਂ ਜਨਤਾ ਉਸ ਦੀ ਆਵਾਜ਼ ਉਠਾਉਂਦੀ ਹੈ। ਉਹ ਆਵਾਜ਼ ਨੂੰ ਬਾਕੀ ਦੀ ਜਨਤਾ ਤੱਕ ਲੈ ਕੇ ਜਾਣ ਵਾਸਤੇ ਪੱਤਰਕਾਰ ਜਿਹੜਾ ਹੈ ਮੇਨ ਰੋਲ ਅਦਾ ਕਰਦੇ ਆ। ਸਰਕਾਰ ਕੁਝ ਗਲਤ ਕਰ ਰਹੀ ਹੈ, ਸਰਕਾਰ ਦਾ ਕੋਈ ਮੰਤਰੀ ਭ੍ਰਿਸ਼ਟ ਹੈ, ਕੋਈ ਸਰਕਾਰ ਕਿਸੇ ਨਾਲ ਧੱਕਾ ਕਰ ਰਹੀ ਹੈ, ਕਿਸੇ ਜ਼ਮੀਨ 'ਤੇ ਕਬਜ਼ਾ ਕਰਵਾ ਰਹੀ ਹੈ, ਉਸ ਆਵਾਜ਼ ਨੂੰ ਜਿਹੜਾ ਚੱਕਣਾ ਪੱਤਰਕਾਰ ਨੇ ਚੱਕਣਾ। ਬਿਲਕੁਲ। ਕਿਤੇ ਕੋਈ ਜਿਵੇਂ ਮੰਨ ਕੇ ਚੱਲੋ ਪੰਜਾਬ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਹੈਗਾ ਵੀ ਨਸ਼ਿਆਂ ਦਾ ਰੁਝਾਨ ਬਹੁਤ ਜ਼ਿਆਦਾ ਚੱਲ ਰਿਹਾ ਜੀ। ਸਰਕਾਰਾਂ ਕਦੇ ਵੀ ਨਹੀਂ ਮੰਨਣਗੀਆਂ ਕਿ ਜੀ ਸਾਡੀ ਸਟੇਟ ਦੇ ਵਿੱਚ ਨਸ਼ਾ ਚੱਲ ਰਿਹਾ ਜੀ ਜਾਂ ਨਸ਼ਾ ਵਿਕ ਰਿਹਾ ਜਾਂ ਕੋਈ ਨਸ਼ੇ ਦੇ ਨਾਲ ਮਰ ਰਿਹਾ। ਇੱਕ ਪੱਤਰਕਾਰ ਹੈ ਜੋ ਉਸ ਆਵਾਜ਼ ਨੂੰ ਚੱਕਦਾ। ਇੱਕ ਪੱਤਰਕਾਰ ਹੈ ਜੋ ਕਿਸੇ ਪਿੰਡ 'ਚੋਂ, ਕਿਸੇ ਸ਼ਹਿਰ ਦੇ ਵਿੱਚੋਂ, ਕਿਸੇ ਗਲੀ ਮੁਹੱਲੇ ਦੇ ਵਿੱਚੋਂ ਗੱਲ ਕੱਢ ਕੇ ਲੈ ਕੇ ਆਉਂਦਾ ਹੈ ਕਿ ਜੀ ਇਹ ਬੰਦਾ ਕਿਸ ਚੀਜ਼ ਨਾਲ ਮਰਿਆ, ਕਿਸ ਤਰੀਕੇ ਮਰਿਆ ਜੀ। ਉਹ ਫੋਰਥ ਪਿਲਰ ਨੂੰ ਦੱਬਣ ਦਾ ਕੰਮ ਜੋ ਸਰਕਾਰਾਂ ਕਿਉਂ ਕਰ ਰਹੀਆਂ ਨੇ, ਉਹਦਾ ਲੌਜਿਕ ਇਹੀ ਹੈ। ਸਰਕਾਰਾਂ ਨੂੰ ਕਿਤੇ ਨਾ ਕਿਤੇ ਇਹ ਹੋ ਜਾਂਦਾ ਹੈ ਵੀ ਇਹ ਜਿਹੜਾ ਫੋਰਥ ਪਿਲਰ ਹੈ ਜਨਤਾ ਨੂੰ ਕਿਤੇ ਸਰਕਾਰ ਦੇ ਉਲਟ ਜ਼ਿਆਦਾ ਹੀ ਨਾ ਅਵੇਅਰ ਕਰ ਦੇਵੇ ਜੀ। ਜਿਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਸਰਕਾਰਾਂ ਅੱਜ ਦੇ ਟਾਈਮ ਦੇ ਵਿੱਚ, ਮੈਂ ਇਹ ਸੋਚਦਾ ਵੀ ਪੱਤਰਕਾਰਾਂ ਨੂੰ ਦੱਬਣ ਦਾ ਕੰਮ ਕਰ ਰਹੀਆਂ ਨੇ। ਵਕੀਲ ਸਾਹਿਬ, ਜਿੱਦਾਂ ਤੁਸੀਂ ਕਿਹਾ ਵੀ ਸਰਕਾਰਾਂ ਪੱਤਰਕਾਰਾਂ ਨੂੰ ਦੱਬਣ ਦਾ ਕੰਮ ਕਰ ਰਹੀਆਂ ਨੇ, ਉਸੇ ਤਰ੍ਹਾਂ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਹਰ ਇੱਕ ਕਮਿਊਨਿਟੀ ਨੂੰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਪਰ ਅੱਜ ਤੱਕ ਨਾ ਤਾਂ ਕਿਸੇ ਸਰਕਾਰ ਨੇ ਪੱਤਰਕਾਰਾਂ ਨੂੰ ਕੋਈ ਸਹੂਲਤ ਪ੍ਰੋਵਾਈਡ ਕਰਾਈ ਹੈ ਅਤੇ ਨਾ ਹੀ ਉਹਨਾਂ ਦੇ ਪਰਿਵਾਰਾਂ ਨੂੰ। ਅਤੇ ਜਿਹੜਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਇਹ ਦੇਖੋ ਜੀ ਬਰਾੜ ਸਾਹਿਬ, ਜੋ ਪੱਤਰਕਾਰ ਅੱਜ ਦੀ ਡੇਟ ਦੇ ਵਿੱਚ ਓਪੋਜੀਸ਼ਨ ਦਾ ਰੋਲ ਅਦਾ ਕਰ ਰਿਹਾ ਜੀ। ਕੋਈ ਵੀ ਸਰਕਾਰ ਆ ਜੇ, ਕਿਸੇ ਵੀ ਪਾਰਟੀ ਦੀ, ਮੇ ਵੀ ਸਮਾਜਵਾਦੀ ਪਾਰਟੀ, BJP, ਅਕਾਲੀ ਦਲ, ਕਾਂਗਰਸ, ਪੱਤਰਕਾਰ ਨੇ ਹਮੇਸ਼ਾ ਓਪੋਜੀਸ਼ਨ ਦਾ ਰੋਲ ਅਦਾ ਕਰਨਾ ਜੀ। ਕਦੇ ਵੀ ਪੱਤਰਕਾਰ ਉਸ ਪਾਰਟੀ ਦੀ ਸਰਕਾਰ ਆਉਣ ਦੇ ਨਾਲ ਹੀ ਆਪਣਾ ਮਾਹੌਲ ਨਹੀਂ ਬਦਲਦਾ ਜੀ। ਲੋਕ ਬਦਲ ਜਾਂਦੇ ਆ, ਜਿਸ ਦੀ ਸਰਕਾਰ ਆਉਂਦੀ ਆ ਲੋਕ ਉਸ ਤਰਫ ਹੋ ਜਾਂਦੇ ਆ। ਪੱਤਰਕਾਰ ਹਮੇਸ਼ਾ ਓਪੋਜੀਸ਼ਨ 'ਚ ਰਿਹਾ। ਬਿਲਕੁਲ ਜੀ।
ਜਦੋਂ ਇੱਕ ਪਾਰਟੀ ਮੰਨ ਕੇ ਚਲੋ ਇੱਕ ਪੱਤਰਕਾਰ ਓਪੋਜੀਸ਼ਨ ਦਾ ਰੋਲ ਅਦਾ ਕਰ ਰਿਹਾ ਹੈ, ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਆਉਂਦਾ ਹੈ ਵੀ ਇਹ ਸਾਡਾ ਨੁਕਸਾਨ ਕਰਦੇ ਹੈ। ਜੇ ਸਰਕਾਰਾਂ ਸਹੀ ਹੋਣ ਤੇ ਸਹੀ ਸੋਚਦੀਆਂ ਹੋਣ ਕਿ ਅਸੀਂ ਸਿਰਫ ਲੋਕ ਹਿੱਤ ਦੇਖਣਾ, ਡੈਮੋਕ੍ਰੇਸੀ ਦੇਖਣੀ ਹੈ, ਤਾਂ ਸਭ ਤੋਂ ਪਹਿਲਾਂ ਮੈਂ ਸੋਚਦਾ ਵੀ ਪੱਤਰਕਾਰਾਂ ਦੀਆਂ ਸਹੂਲਤਾਂ ਦੀ ਗੱਲ ਆ ਜਾਂਦੀ ਹੈ ਵੀ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ। ਸਹੂਲਤਾਂ ਕਿਸ ਤਰੀਕੇ ਨਾਲ ਦੇ ਸਕਦੇ ਆ? ਮੇਰੇ ਹਿਸਾਬ ਦੇ ਵਿੱਚ ਕਿਸੇ ਪੱਤਰਕਾਰ ਨੂੰ ਕੋਈ ਮੈਡੀਕਲ ਇੰਸ਼ੋਰੈਂਸ ਨਹੀਂ ਮਿਲਦਾ। ਜਿੰਨਾ ਵੀ ਮੈਂ ਲਾ ਪੜ੍ਹਿਆ ਜਾਂ ਨੌਲੇਜ ਰੱਖਦਾ, ਮੈਂ ਜੋ ਦੇਖਿਆ, ਕਿਤੇ ਵੀ ਕਿਸੇ ਪੱਤਰਕਾਰ ਨੂੰ ਕੋਈ ਮੈਡੀਕਲ ਸਹੂਲਤ ਨਹੀਂ ਹੈਗੀ। ਕੋਈ ਪੱਤਰਕਾਰ ਬਿਮਾਰ ਹੋ ਗਿਆ, ਕੋਈ ਸੀਰੀਅਸ ਇਲਨੈਸ ਹੋ ਗਈ, ਕੋਈ ਪੱਤਰਕਾਰਤਾ ਦੇ ਦੌਰਾਨ ਉਹਦਾ ਕੋਈ ਐਕਸੀਡੈਂਟ ਹੋ ਗਿਆ, ਕੋਈ ਉਹਨੂੰ ਸਹੂਲਤ ਨਹੀਂ। ਦੂਜੀ ਗੱਲ, ਜੋ ਪੱਤਰਕਾਰ ਦਾ ਰੋਲ ਹੈ, ਕਿਤੇ ਦੰਗੇ ਹੋ ਰਿਹਾ ਉਹਨੇ ਉੱਥੇ ਵੀ ਕਵਰੇਜ ਕਰਨ ਜਾਣਾ ਜੀ, ਉਹਦੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਅਵੇਅਰ ਕਰਨਾ ਵੀ ਕਿੱਥੇ ਕੀ ਹੋ ਰਿਹਾ। ਕਿਤੇ ਪੀਸਫੁਲੀ ਮਾਹੌਲ ਹੈ ਉਹਨੇ ਉਹਨੂੰ ਵੀ ਕਵਰੇਜ ਕਰਨਾ। ਜਿੱਥੇ ਸਰਕਾਰ ਨੇ ਕੋਈ ਪਾਲਿਸੀ ਬਣਾਈ ਹੈ ਉਹਨੇ ਉਹ ਵੀ ਪਬਲਿਸ਼ ਕਰਨੀ ਹੈ। ਜਿੱਥੇ ਉਹਦੇ ਅਗੇਂਸਟ ਕੋਈ ਧਰਨਾ ਲੱਗਿਆ ਉਹਨੇ ਉਹ ਵੀ ਪਬਲਿਸ਼ ਕਰਨਾ ਜੀ। ਉਹਨੇ ਹਰ ਹਾਲਾਤਾਂ ਦੇ ਵਿੱਚ ਪੱਤਰਕਾਰ ਨੇ ਉੱਥੇ ਪਹੁੰਚਣਾ। ਤਾਂ ਪੱਤਰਕਾਰ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਸਰਕਾਰ ਦੀ ਹੋ ਜਾਂਦੀ ਹੈ। ਲੇਕਿਨ ਮੈਂ ਕਦੇ ਵੀ ਇਹ ਦੇਖਿਆ ਨਹੀਂ ਵੀ ਪੱਤਰਕਾਰ ਦੀ ਜਿਹੜੀ ਸਿਕਿਉਰਿਟੀ ਹੈ ਉਹਦੇ ਕੰਨੀ ਸਰਕਾਰਾਂ ਧਿਆਨ ਦਿੰਦੀਆਂ। ਨਾ ਤਾਂ ਪੱਤਰਕਾਰਾਂ ਨੂੰ ਕੋਈ ਬੀਮੇ ਦੀ ਸਹੂਲਤ ਹੈ, ਨਾ ਕੋਈ ਵਹੀਕਲ ਦੀ ਸਹੂਲਤ ਹੈ, ਨਾ ਹੀ ਇਹਨਾਂ ਦੇ ਲਈ ਕੋਈ ਉੱਥੇ ਸਪੈਸ਼ਲ ਫੋਰਸ ਲਗਾਈ ਜਾਂਦੀ ਹੈ ਵੀ ਪੱਤਰਕਾਰਾਂ ਨੂੰ ਇਹਨਾਂ ਦੀ ਪ੍ਰੋਟੈਕਸ਼ਨ ਕਿਸ ਤਰੀਕੇ ਕਰਨੀ ਹੈ। ਜੀ ਜੀ। ਇਨ ਬਿਟਵੀਨ ਕਿਸੇ ਇਨਸੀਡੈਂਟ ਦੇ ਵਿੱਚ ਕਿਸੇ ਪੱਤਰਕਾਰ ਨਾਲ ਕੁਝ ਹੋ ਗਿਆ ਤਾਂ ਉਹਨੂੰ ਕੀ ਬੈਨੀਫਿਟ ਦੇਣਾ, ਉਹ ਵੀ ਕੁਝ ਨਹੀਂ ਹੈ ਜੀ। ਬਿਲਕੁਲ। ਫਿਰ ਉਸ ਤੋਂ ਬਾਅਦ ਜੇ ਉਹ ਸਾਰਾ ਕੁਝ ਹੋ ਵੀ ਗਿਆ, ਇੱਕ ਪੱਤਰਕਾਰ ਜੋ ਕਵਰੇਜ ਕਰ ਰਿਹਾ ਸੀ, ਬਾਏ ਚਾਂਸ ਉਹ ਕੋਈ ਕਵਰੇਜ ਐਸੀ ਆ ਜਾਂਦੀ ਹੈ ਜੋ ਸਰਕਾਰ ਦੇ ਉਲਟ ਜਾਂਦੀ ਹੈ, ਤਾਂ ਮੈਂ ਦੇਖਿਆ ਸਰਕਾਰਾਂ ਉਸ ਨੂੰ ਪੁੱਠੇ ਸਿੱਧੇ ਕੇਸ ਦੇ ਵਿੱਚ ਵੀ ਉਲਝਾ ਲੈਂਦੀਆਂ ਨੇ ਜੀ। ਜਿਸ ਕਰਕੇ ਮੈਂ ਸੋਚਦਾ ਹੈਗਾ ਵੀ ਮੈਂ ਦੇਖਦਾ ਵੀ ਪੱਤਰਕਾਰਾਂ ਦੇ ਨਾਲ ਸਰਕਾਰਾਂ ਇਹਨਾਂ ਨੂੰ ਦੱਬਣ ਦਾ ਕੰਮ ਕਰ ਰਹੀਆਂ ਨੇ। ਅਤੇ ਇਸ ਫੋਰਥ ਪਿਲਰ ਨੂੰ ਜਿਹੜਾ ਲੈਜਿਸਲੇਟਿਵ ਹੈ ਸਾਡੀ ਜੀ, ਜਾਂ ਐਗਜ਼ੀਕਿਊਟਿਵ ਹੈ, ਉਹ ਇਸ ਪਿਲਰ ਨੂੰ ਖ਼ਤਮ ਕਰਨ ਦੇ ਦਰ 'ਤੇ ਆਈ ਹੋਈ ਹੈ। ਜਿੱਥੇ ਤੱਕ ਦੇਖਿਆ ਜਾਂਦਾ ਹੈ, ਕੁਝ ਪੱਤਰਕਾਰ ਕਵਰੇਜ ਦੌਰਾਨ ਪੱਤਰਕਾਰਾਂ ਦੇ ਉੱਪਰ ਜਿਹੜੇ ਹੈਗੇ ਆ ਡਿਊਟੀ ਦੇ ਵਿੱਚ ਵਿਘਨ ਪਾਉਣ ਦੇ ਕਈ ਅਧਿਕਾਰੀਆਂ ਵੱਲੋਂ ਝੂਠੇ ਪਰਚੇ ਜਿਹੜੇ ਹੈਗੇ ਦਰਜ ਕਰਵਾ ਦਿੱਤੇ ਜਾਂਦੇ ਨੇ। ਜੀ। ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਕੀ ਕਾਰਨ? ਉਹਦਾ ਬਰਾੜ ਸਾਹਿਬ ਲੌਜਿਕ ਇਹ ਹੁੰਦਾ ਹੈ, ਆਮ ਤੌਰ 'ਤੇ ਕੀ ਹੁੰਦਾ, ਕੋਈ ਵੀ ਸਰਕਾਰ ਹੈ, ਕੋਈ ਮਿਨਿਸਟਰ ਹੈ, ਕਦੇ ਉਹ ਓਪੋਜੀਸ਼ਨ 'ਚ ਹੁੰਦਾ, ਕਦੇ ਉਹ ਸਰਕਾਰ 'ਚ ਹੁੰਦਾ, ਤਾਂ ਪੱਤਰਕਾਰ ਨੇ ਤਾਂ ਹਮੇਸ਼ਾ ਹੀ ਓਪੋਜੀਸ਼ਨ ਦਾ ਰੋਲ ਅਦਾ ਕੀਤਾ ਜੀ। ਕਦੇ ਸਰਕਾਰ ਦੇ ਹਿੱਤ ਦਾ ਰੋਲ ਤਾਂ ਮੈਂ ਦੇਖਿਆ ਨਹੀਂ ਵੀ ਪੱਤਰਕਾਰ ਨੇ ਅਦਾ ਕੀਤਾ। ਜਦੋਂ ਉਸਨੇ ਓਪੋਜੀਸ਼ਨ ਦਾ ਰੋਲ ਅਦਾ ਕੀਤਾ, ਕੋਈ ਸਵਾਲ ਪੁੱਛਿਆ ਭਰੀ ਮਹਿਫਿਲ ਦੇ ਵਿੱਚ, ਪ੍ਰੈਸ ਕਾਨਫਰੰਸ ਦੇ ਦਰਮਿਆਨ ਪੁੱਛ ਲਿਆ ਜਾਂ ਪਬਲਿਕ ਦੇ ਇਕੱਠ ਦੇ ਵਿੱਚ ਪੁੱਛ ਲਿਆ, ਜੀ। ਉਸ ਨੇ ਲੋਕਤੰਤਰ ਨੂੰ ਮੁੱਖ ਰੱਖਦੇ ਹੋਏ, ਆਪਦੀ ਡਿਊਟੀ ਨੂੰ ਮੁੱਖ ਰੱਖਦੇ ਹੋਏ ਉਹ ਸਵਾਲ ਪੁੱਛਿਆ। ਉਹ ਸਵਾਲ ਕਈ ਵਾਰ ਉਸ ਲੀਡਰ ਨੂੰ ਚੁੱਭ ਜਾਂਦਾ ਜੀ। ਉਸ ਲੀਡਰ ਨੂੰ ਚੁੱਭ ਜਾਂਦਾ ਤਾਂ ਮੌਕੇ ਦੀ ਸਰਕਾਰ ਹੁੰਦੀ ਹੈ, ਉੱਥੇ ਇੱਕ ਇਸ਼ਾਰੇ ਹੀ ਹੋਣੇ ਹੁੰਦੇ ਆ। ਉਹ ਇਸ਼ਾਰਿਆਂ ਦੇ ਤਹਿਤ ਕੀ ਹੁੰਦਾ, ਪੱਤਰਕਾਰ ਕਦੇ ਵੀ, ਉਹਦਾ ਹੀ ਕਿਹੜਾ ਕਿਸੇ ਨਾਲ ਕੋਈ ਦੁਸ਼ਮਣੀ ਹੁੰਦੀ ਆ, ਉਹਨੇ ਤਾਂ ਹਮੇਸ਼ਾ ਹੀ ਓਪੋਜੀਸ਼ਨ ਦਾ ਰੋਲ ਅਦਾ ਕੀਤਾ। ਲੋਕਤੰਤਰ ਦੀ ਗੱਲ ਕਰਦਾ ਤਾਂ ਉਹ ਜਦੋਂ ਡਿਊਟੀ ਕਰਦਾ ਹੈ, ਡਿਊਟੀ ਦੇ ਦਰਮਿਆਨ ਕੀ ਹੁੰਦਾ, ਸਰਕਾਰਾਂ ਦੇ ਇਸ਼ਾਰੇ ਹੁੰਦੇ ਆ। ਸਰਕਾਰਾਂ ਦੇ ਇਸ਼ਾਰਿਆਂ ਦੇ ਨਾਲ ਪੱਤਰਕਾਰ ਦੇ ਉੱਪਰ ਕਦੇ ਉਹਦਾ ਕੈਮਰਾ ਖੋਲ੍ਹਿਆ, ਕਦੇ ਇਹ ਕਹਿਤਾ ਵੀ ਇਹਨਾਂ ਨੇ ਤਾਂ ਜੀ ਸਾਡੀ ਵਰਦੀ ਨੂੰ ਹੱਥ ਪਾਇਆ ਸੀ, ਇੱਥੇ ਜੀ ਸਰਕਾਰੀ ਡਿਊਟੀ ਹੋ ਰਹੀ ਸੀ ਉਹ 'ਚ ਵਿਘਨ ਪਾਇਆ। ਈਵਨ ਕਿ ਜੋ ਸੰਵਿਧਾਨ ਦੇ ਵਿੱਚ ਇੱਕ ਰਾਈਟ ਰੱਖਿਆ ਗਿਆ ਹੈ, ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ, ਇਹ ਅਧਿਕਾਰ ਹੈ। ਲੇਕਿਨ ਇਸ ਅਧਿਕਾਰ ਨੂੰ ਪੱਤਰਕਾਰਾਂ ਵੱਲੋਂ ਜਦੋਂ ਸਪੀਚ ਅਤੇ ਫਰੀਡਮ ਦੀ ਗੱਲ ਆਉਂਦੀ ਹੈ, ਉੱਥੇ ਰੱਖਿਆ ਜਾਂਦਾ, ਤਾਂ ਉੱਥੇ ਡਿਊਟੀ 'ਚ ਵਿਘਨ ਪਾਉਣ ਦਾ ਜਾਂ ਦੇਸ਼ ਦੀ ਸੀਕ੍ਰੇਸੀ ਆਊਟ ਕਰਨ ਦਾ ਬਹਾਨਾ ਬਣਾ ਕੇ ਉਸ ਪੱਤਰਕਾਰ ਨੂੰ ਦੱਬਿਆ ਜਾਂਦਾ, ਕਿਸੇ ਨਾ ਕਿਸੇ ਪਰਚੇ 'ਚ ਲੈ ਲੈਂਦੇ ਨੇਗੇ। ਉਹਦਾ ਮੇਨ ਲੌਜਿਕ ਇਹੀ ਹੁੰਦਾ। ਜਦ ਕਿ ਪੱਤਰਕਾਰ ਦੀ ਉੱਥੇ ਕੋਈ ਦੁਸ਼ਮਣੀ ਨਹੀਂ ਹੁੰਦੀ, ਪੱਤਰਕਾਰ ਦੀ ਉੱਥੇ ਕੋਈ ਝਗੜਾ ਨਹੀਂ ਹੁੰਦਾ, ਅਤੇ ਨਾ ਹੀ ਉਹਦਾ ਕੋਈ ਲੌਜਿਕ ਬਣਦਾ। ਉਹ ਜਸਟ ਇੱਕ ਉਸ 'ਤੇ ਦਬਾਅ ਬਣਾਉਣ ਦੇ ਲਈ
ਕਿ ਇਸ ਨੇ ਇੱਕ ਪਹਿਲੀ ਮੀਟਿੰਗ ਦੇ ਵਿੱਚ ਜਾਂ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਗਲਤ ਸਵਾਲ ਪੁੱਛਿਆ ਸੀ ਜੋ ਕਿ ਸਰਕਾਰ ਦੇ ਉਲਟ ਜਾਂਦਾ ਸੀ, ਇਸ ਕਰਕੇ ਉਹਨੂੰ ਉਲਝਾਇਆ ਜਾਂਦਾ। ਅੱਛਾ ਵਕੀਲ ਸਾਹਿਬ, ਜਿਸ ਤਰ੍ਹਾਂ ਤੁਸੀਂ ਸਰਕਾਰ ਦੇ ਤੇ ਪੱਤਰਕਾਰਾਂ ਦੇ ਤਾਲਮੇਲ ਦੀ ਦੱਸੀ ਹੈ ਗੱਲ, ਉਸੇ ਤਰ੍ਹਾਂ ਇੱਕ ਵਿਭਾਗ ਹੈ ਲੋਕ ਸੰਪਰਕ ਵਿਭਾਗ, ਜੀ ਉਹਦੇ ਨਾਲ ਵੀ ਉਹਨਾਂ ਦਾ ਵੀ ਜਿਹੜਾ ਰਵੱਈਆ ਹੈ ਪੱਤਰਕਾਰਾਂ ਲਈ ਵਧੀਆ ਨਹੀਂ ਹੋ ਰਿਹਾ, ਅਤੇ ਉਹ ਕੀ ਨਜ਼ਰੀਏ ਨਾਲ ਤੁਸੀਂ ਦੇਖਦੇ ਹੋ ਅਤੇ ਕੀ ਇਹਨਾਂ ਦਾ ਕੰਮ ਹੈ ਲੋਕ ਸੰਪਰਕ ਵਿਭਾਗ? ਬਰਾੜ ਸਾਹਿਬ, ਲੋਕ ਸੰਪਰਕ ਵਿਭਾਗ ਇੱਕ ਪੁਲ ਦਾ ਕੰਮ ਕਰਦਾ ਹੈ। ਅਸਲ ਵਿੱਚ ਇਹ ਬਣਾਇਆ ਇਸ ਕਰਕੇ ਗਿਆ ਸੀ, ਪੱਤਰਕਾਰ ਜੋ ਕਿ ਫੋਰਥ ਪਿਲਰ ਕਹਿ ਸਕਦੇ ਆਪਾਂ ਲੋਕਤੰਤਰ ਦਾ, ਉਸ ਤੋਂ ਉਲਟ ਐਗਜ਼ੀਕਿਊਟਿਵ ਅਤੇ ਲੈਜਿਸਲੇਟਿਵ ਜੀ, ਫਸਟ ਅਤੇ ਸੈਕੰਡ ਪਿਲਰ, ਇਹਨਾਂ ਦੋਨਾਂ ਦੇ ਦਰਮਿਆਨ ਅਤੇ ਇੱਧਰੋਂ ਚੌਥੇ ਪਿਲਰ ਦੇ ਦਰਮਿਆਨ ਇਹ ਪਿਲਰ ਦਾ ਕੰਮ ਕਰਦਾ ਹੈ। ਬਿਲਕੁਲ ਜੀ। ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਇੱਕ ਪੁਲੀ ਦਾ ਕੰਮ ਕਰਨਾ ਹੁੰਦਾ, ਲੇਕਿਨ ਇੱਥੇ ਬਣਾਇਆ ਇਹ ਇਸ ਪਰਪਸ ਨਾਲ ਗਿਆ ਸੀ ਕਿ ਸਰਕਾਰ ਦੀਆਂ ਕੋਈ ਵੀ ਪਾਲਿਸੀਆਂ ਆਉਂਦੀਆਂ ਉਹ ਮੀਡੀਆ ਦੇ ਵਿੱਚ ਜਾਣ, ਪਬਲਿਕ ਨੂੰ ਅਵੇਅਰਨੈਸ ਹੋਵੇ। ਜੀ, ਕੋਈ ਗੌਰਮੈਂਟ ਦੀ ਨਵਾਂ ਲਾ ਆਇਆ, ਉਹਦੀ ਪਬਲਿਕ ਨੂੰ ਅਵੇਅਰਨੈਸ ਹੋਵੇ। ਕੋਈ ਨੋਟੀਫਿਕੇਸ਼ਨ ਆਈ ਹੈ ਕਿਸੇ ਵੀ ਚੀਜ਼ ਨੂੰ, ਜਿਵੇਂ ਪਿੱਛੇ ਜਿਹਾ 2-4 ਦਿਨ ਪਹਿਲਾਂ ਆਇਆ ਸੀਗਾ ਗੈਰ ਕਾਨੂੰਨੀ ਰਜਿਸਟਰੀਆਂ ਨਹੀਂ ਹੋਣਗੀਆਂ ਗੈਰ ਕਾਨੂੰਨੀ ਕਲੋਨੀਆਂ ਦੀਆਂ, ਉਸ ਤਰ੍ਹਾਂ ਦੀ ਮਤਲਬ ਪਬਲਿਸਿਟੀ ਲਈ। ਸੈਕਿੰਡ ਥਿੰਗ, ਸਰਕਾਰ ਤੋਂ ਪੱਤਰਕਾਰਾਂ ਨੂੰ ਕੀ ਮੁਸ਼ਕਿਲ ਆ ਰਹੀ ਹੈ ਜਾਂ ਪਬਲਿਕ ਨੂੰ ਕੀ ਮੁਸ਼ਕਿਲ ਆ ਰਹੀ ਹੈ, ਜੋ ਕਾਨੂੰਨ ਬਣਾਇਆ ਉਹਦੇ ਵਿੱਚ ਕਿੱਥੇ ਕਮੀ ਰਹਿ ਗਈ ਜਿਸ ਦੇ ਨਾਲ ਪਬਲਿਕ ਦਾ ਨੁਕਸਾਨ ਹੋ ਰਿਹਾ। ਬਣਾਇਆ ਲੋਕਤੰਤਰ ਲਈ ਸੀ ਜੀ, ਲੇਕਿਨ ਕਿਤੇ ਨਾ ਕਿਤੇ ਕਈ ਵਾਰ ਕੀ ਹੁੰਦਾ, ਬਣਾਉਣ ਵਾਲੇ ਗਰਾਊਂਡ ਲੈਵਲ 'ਤੇ ਨਹੀਂ ਗਏ ਹੁੰਦੇ, ਤਾਂ ਉਹ ਕਾਨੂੰਨ ਜਦੋਂ ਦਿਖਦਾ ਵੀ ਉਲਟ ਜਾਣ ਲੱਗ ਗਿਆ, ਤਾਂ ਉੱਥੇ ਪੱਤਰਕਾਰ ਨੇ ਉਸ ਵਿਭਾਗ ਦੇ ਰਾਹੀਂ ਗੱਲ ਸਰਕਾਰ ਤੱਕ ਪਹੁੰਚਾਉਣੀ ਹੁੰਦੀ ਹੈ। ਉਹ ਵਿਭਾਗ ਦੀ ਖਾਸ ਕਰਕੇ ਜ਼ਿੰਮੇਵਾਰੀ ਇਹ ਹੈ ਵੀ ਅੱਜ ਦੀ ਜਿੰਨੀ ਵੀ ਨਿਊਜ਼ ਪਬਲਿਸ਼ ਹੋਈ ਹੈ ਸਰਕਾਰ ਦੇ ਅਗੇਂਸਟ ਕੀ ਹੈ, ਜੀ, ਕਿੱਥੇ ਗਲਤੀ ਹੈ, ਉਸ ਗਲਤੀ ਨੂੰ ਦੂਰ ਕਰਵਾਉਣ ਲਈ ਉਹਨਾਂ ਨੇ ਸਰਕਾਰ ਨੂੰ ਪਹੁੰਚਾਉਣੀ ਹੁੰਦੀ ਹੈ। ਲੇਕਿਨ ਉਹ ਵਿਭਾਗ ਜੋ ਬਣਾਇਆ ਗਿਆ ਸਰਕਾਰ ਵੱਲੋਂ ਹੈ, ਸਰਕਾਰ ਵੱਲੋਂ ਵਿਭਾਗ ਬਣਾਇਆ ਜਾਣ ਕਰਕੇ ਉਹਨਾਂ ਦੀ ਵਫਾਦਾਰੀ ਫਿਰ ਸਰਕਾਰ ਪ੍ਰਤੀ ਜ਼ਿਆਦਾ ਰਹਿੰਦੀ ਹੈ। ਜੀ, ਦੂਸਰੀ ਗੱਲ, ਸਰਕਾਰੀ ਮੁਲਾਜ਼ਮ ਹੈ ਤਾਂ ਕਿਤੇ ਨਾ ਕਿਤੇ ਇਹ ਵੀ ਡਰ ਹੁੰਦਾ ਵੀ ਜੇ ਕੁਝ ਗਲਤ ਹੋ ਗਿਆ ਸਾਨੂੰ ਕਿਤੇ ਨੌਕਰੀ ਤੋਂ ਨਾ ਹੱਥ ਧੋਣਾ ਪੈ ਜੇ। ਜੀ, ਉਸ ਚੱਕਰ ਦੇ ਵਿੱਚ ਉਹ ਵਨ ਸਾਈਡਡ ਹੋ ਗਿਆ, ਉਹ ਪੁਲੀ ਦਾ ਕੰਮ ਕਰਨੋਂ ਹਟ ਗਏ। ਬਿਲਕੁਲ। ਉਹਨਾਂ ਨੇ ਇੱਕ ਨਵਾਂ ਸਿਸਟਮ ਬਣਾ ਲਿਆ, ਇੱਕ ਜਿਵੇਂ ਆਪਾਂ ਕਹਿ ਦਿੰਦੇ ਹਾਂ ਯੈਲੋ ਕਾਰਡ ਜਾਰੀ ਹੁੰਦੇ ਆ। ਜੀ, ਜੀ, ਉਹ ਐਕਚੁਅਲੀ ਯੈਲੋ ਕਾਰਡ ਦਾ ਪਰਪਸ ਕੀ ਹੈ? ਯੈਲੋ ਕਾਰਡ ਇੱਕ ਆਇਡੈਂਟੀਟੀ ਹੈ ਕਿਸੇ ਵੀ ਨਿਊਜ਼ਪੇਪਰ ਜਾਂ ਚੈਨਲ ਰਾਹੀਂ। ਉਹ ਚੈਨਲ ਨਿਊਜ਼ਪੇਪਰ ਆਪਣੇ ਲੋਕਲ ਪ੍ਰੈਸ ਰਿਪੋਰਟਰ ਦੇ ਲਈ ਕਾਰਡ ਇਸ਼ੂ ਕਰਵਾਉਂਦਾ ਹੈ ਲੋਕ ਸੰਪਰਕ ਵਿਭਾਗ ਤੋਂ ਜੀ, ਕਿ ਜੀ ਇਸ ਵਿਅਕਤੀ ਨੂੰ ਅਸੀਂ ਇਸ ਅਖਬਾਰ ਦਾ ਜਾਂ ਇਸ ਚੈਨਲ ਦਾ ਪੱਤਰਕਾਰ, ਕੈਮਰਾਮੈਨ, ਹੈਲਪਰ ਕਿਸੇ ਵੀ ਤਰੀਕੇ ਨੋਮੀਨੇਟ ਕੀਤਾ। ਉਹ ਇਨਫੋਰਮੇਸ਼ਨ ਉਹ ਲੋਕ ਸੰਪਰਕ ਵਿਭਾਗ ਨੂੰ ਭੇਜਦੇ ਆ। ਜੀ, ਲੋਕ ਸੰਪਰਕ ਵਿਭਾਗ ਨੇ ਉਹਦਾ ਯੈਲੋ ਕਾਰਡ ਇਸ਼ੂ ਕਰਨਾ ਹੁੰਦਾ। ਬਿਲਕੁਲ ਜੀ, ਠੀਕ ਹੈ ਜੀ। ਤਾਂ ਜੋ ਕੋਈ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਪੱਤਰਕਾਰਾਂ ਤੋਂ ਬਿਨਾ ਕੋਈ ਥਰਡ ਪਰਸਨ ਉਹਦੇ ਵਿੱਚ ਨਾ ਆ ਜਾਵੇ, ਕੁਝ ਗੜਬੜ ਨਾ ਹੋ ਜਾਵੇ। ਜੀ, ਠੀਕ ਹੈ। ਲੇਕਿਨ ਉਹ ਲੋਕ ਸੰਪਰਕ ਵਿਭਾਗ ਨੇ ਕੀ ਕੀਤਾ, ਉਸ ਚੀਜ਼ ਨੂੰ ਤਾਂ ਪਾਸੀ ਕਰਤਾ। ਠੀਕ ਹੈ ਜੀ। ਇਹਨਾਂ ਨੇ ਇੱਕ ਨਵਾਂ ਸਿਸਟਮ ਲੱਭ ਲਿਆ ਕਿ ਜੀ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਹੋਣੀ ਹੈ। ਜੋ ਪੱਤਰਕਾਰ ਮੰਨ ਕੇ ਚੱਲੋ ਲੋਕਤੰਤਰ ਦੇ ਲਈ ਆਮ ਤੌਰ 'ਤੇ ਹੀ ਦੇਖਿਆ ਜਾਂਦਾ ਵੀ ਪ੍ਰੈਸ ਕਾਨਫਰੰਸ ਜਾਂ ਕਿਸੇ ਵੀ ਕਾਨਫਰੰਸ ਦੇ ਵਿੱਚ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਸਵਾਲ ਪੁੱਛ ਲੈਂਦੇ ਆ ਬਿਲਕੁਲ, ਤੇ ਉਹ ਕਿਤੇ ਨਾ ਕਿਤੇ ਸਰਕਾਰ ਦੇ ਉਲਟ ਹੁੰਦੇ ਆ, ਤਾਂ ਉਹ ਲੋਕ ਸੰਪਰਕ ਵਿਭਾਗ ਉੱਤੇ ਨਿਗਾਹ ਰੱਖਦਾ। ਠੀਕ ਹੈ ਜੀ, ਫਿਰ ਉਹਦੇ ਯੈਲੋ ਕਾਰਡ ਪਿੱਛੇ ਗੇੜੇ ਲਵਾਉਂਦਾ। ਬਿਲਕੁਲ ਠੀਕ ਹੈ ਜੀ। ਫਿਰ ਕਈ ਵਾਰ ਕਹਿ ਦਿੰਦੇ ਜੀ ਇਹਦੀ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਵਾਂਗੇ। ਉਹ ਪੁਲਿਸ ਵੈਰੀਫਿਕੇਸ਼ਨ ਦੇ ਵਿੱਚ ਉਲਝਾ ਲੈਂਦੇ ਆ। ਇੱਕ ਦੇਖੋ ਸਾਡੇ ਮੁਲਕ ਦਾ ਜਿਵੇਂ ਦੁਰਭਾਗਿਆ ਹੀ ਹੈ, ਇੱਕ MLA ਤੇ ਪਰਚਾ ਹੋ ਜੇ ਜੀ, ਉਹ MLA ਬਣ ਸਕਦਾ। MLA ਬਣਨ ਤੋਂ ਬਾਅਦ ਉਹ ਮਿਨਿਸਟਰ ਵੀ ਬਣ ਸਕਦਾ, ਬਿਲਕੁਲ, ਈਵਨ ਕਿ ਮੈਂ ਕਹੂੰਗਾ CM ਵੀ ਬਣ ਸਕਦਾ। ਪਰਚੇ ਦਾ ਉਹਦੇ ਵਿੱਚ ਕੋਈ ਮਾਇਨਾ ਨਹੀਂ, ਜਸਟ ਉਹਨੇ ਇੱਕ ਇਨਫੋਰਮੇਸ਼ਨ ਦੇਣੀ ਵੀ ਹਾਂ ਮੇਰੇ ਖਿਲਾਫ ਪਰਚਾ ਹੋਇਆ ਗਿਆ। ਠੀਕ ਹੈ ਜੀ। ਲੇਕਿਨ ਜੇ ਪੱਤਰਕਾਰ ਤੇ ਪਰਚਾ ਹੋ ਜੇ, ਚਾਹੇ ਉਹ ਝੂਠਾ ਹੀ ਹੈ, ਪਰਚਾ ਤਾਂ ਉਹਦੇ ਜ਼ਿਆਦਾਤਰ ਤਾਂ ਮੈਂ ਦੇਖਿਆ ਇਸ ਕਰਕੇ ਹੀ ਹੋ ਜਾਂਦਾ ਹੈਗਾ ਕਿਉਂਕਿ ਉਹ ਸਰਕਾਰ ਨੂੰ ਸਵਾਲ ਪੁੱਛਦਾ, ਲੋਕਾਂ ਦੇ ਹਿੱਤ ਦੀ ਗੱਲ ਕਰਦਾ, ਓਪੋਜੀਸ਼ਨ ਦਾ ਰੋਲ ਅਦਾ ਕਰਦਾ, ਤਾਂ ਉੱਥੇ ਉਸ ਪਰਚੇ ਦਾ ਬਹਾਨਾ ਲਾ ਕੇ ਉਹਨੂੰ ਯੈਲੋ ਕਾਰਡ ਨਹੀਂ ਇਸ਼ੂ ਕੀਤਾ ਜਾਂਦਾ। ਮੈਂ ਕਹਿੰਦਾ ਇਹਦੀ ਕੀ ਪ੍ਰੋਹੀਬਿਸ਼ਨ ਹੈ? ਕਿਤੇ ਵੀ ਨਹੀਂ ਹੈ ਬਿਲਕੁਲ ਵੀ ਇਹਨੂੰ ਯੈਲੋ ਕਾਰਡ ਨਹੀਂ ਦੇਣਾ।
ਸਾਡਾ ਕਾਨੂੰਨ ਇਹ ਕਹਿੰਦਾ ਹੈ ਕਿ ਕਿਸੇ ਵੀ ਬੰਦੇ ਤੇ ਜੇ ਕੋਈ ਪਰਚਾ ਹੋ ਗਿਆ, ਜਿੰਨੀ ਦੇਰ ਉਸ ਨੂੰ ਸਜ਼ਾ ਨਹੀਂ ਹੁੰਦੀ ਉਹ ਬੇਗੁਨਾਹ ਹੈ। ਬਿਲਕੁਲ ਜੀ। ਇਹ ਕਾਨੂੰਨ ਕਹਿੰਦਾ ਹੈ, ਸੰਵਿਧਾਨ 'ਚ ਲਿਖਿਆ ਹੋਇਆ ਵੀ ਉਸ ਨੂੰ ਉਨੀ ਦੇਰ ਬੇਗੁਨਾਹ ਦੇ ਤੌਰ ਤੇ ਹੀ ਦੇਖਿਆ ਜਾਊ ਜਿੰਨੀ ਦੇਰ ਉਹ ਸਾਬਿਤ ਨਹੀਂ ਹੁੰਦਾ। ਲੇਕਿਨ ਸਾਡਾ ਲੋਕ ਸੰਪਰਕ ਵਿਭਾਗ ਇੱਕ ਐਸਾ ਵਿਭਾਗ ਹੈ, ਉਹ ਕਹਿੰਦਾ ਜਦੋਂ ਪਰਚਾ ਹੋ ਗਿਆ, ਕਿਉਂਕਿ ਅਸੀਂ ਤਾਂ ਕਰਵਾਇਆ, ਬਿਲਕੁਲ ਇਹਨੂੰ ਦੇਖਣਾ ਹੀ ਅਸੀਂ ਪਰਚੇ ਦੀ ਨਿਗਾਹ ਨਾਲ ਹੈ, ਇਹਨੂੰ ਤਾਂ ਸਜ਼ਾ ਹੋਈ ਵੀ ਆ। ਉਹ ਫਿਰ ਨਾ ਯੈਲੋ ਕਾਰਡ ਇਸ਼ੂ ਕਰਨਾ ਹੈ, ਈਵਨ ਕਿ ਮੈਂ ਕਈ ਵਾਰ ਦੇਖਿਆ ਬਰਾੜ ਸਾਹਿਬ, ਜਿਹੜੀਆਂ ਸਰਕਾਰ ਦੀਆਂ ਮੀਟਿੰਗਾਂ ਹੁੰਦੀਆਂ, ਮੰਨ ਕੇ ਚਲੋ ਕੋਈ ਪ੍ਰੈਸ ਰਿਲੀਜ਼ ਹੋਣੀ ਹੈ, ਕੋਈ ਪ੍ਰੈਸ ਕਾਨਫਰੰਸ ਰੱਖੀ ਗਈ ਹੈ, ਮੇ ਬੀ DC ਆਫਿਸ, ਮੇ ਬੀ SSP ਆਫਿਸ, ਕਈ ਆਫਿਸ ਨੇ, ਤਾਂ ਉੱਥੇ ਉਸ ਪੱਤਰਕਾਰ ਨੂੰ ਇਗਨੋਰ ਕੀਤਾ ਜਾਂਦਾ ਹੈ, ਉਹਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ ਕਿ ਅੱਜ ਉੱਥੇ ਪ੍ਰੈਸ ਕਾਨਫਰੰਸ ਹੈ। ਠੀਕ ਹੈ, ਬਾਏ ਚਾਂਸ ਉਹਨੂੰ ਕਿਸੇ ਮਿੱਤਰ ਭਰਾ ਤੋਂ ਪਤਾ ਲੱਗ ਜਾਂਦਾ ਵੀ ਅੱਜ ਪ੍ਰੈਸ ਕਾਨਫਰੰਸ, ਉਹ ਪਹੁੰਚ ਜਾਂਦਾ ਉੱਥੇ, ਫਿਰ ਉਹਨੂੰ ਅੰਦਰ ਨਹੀਂ ਐਂਟਰ ਹੋਣ ਦਿੰਦੇ, ਬਹਾਨਾ ਬਣਾ ਲੈਂਦੇ ਵੀ ਤੇਰੇ ਕੋਲ ਤਾਂ ਯੈਲੋ ਕਾਰਡ ਨਹੀਂ, ਜਦ ਕਿ ਉਹ ਪਤਾ ਹੁੰਦਾ ਵੀ ਇਹ ਪੱਤਰਕਾਰ ਹੈ, ਫਲਾਣੇ ਚੈਨਲ ਦਾ, ਫਲਾਣੇ ਅਖਬਾਰ ਦਾ, ਇਹਦਾ ਕਾਰਡ ਅਸੀਂ ਵਿਦਹੈਲਡ ਕੀਤਾ ਹੋਇਆ, ਅਸੀਂ ਉਹ ਰੋਕਿਆ ਹੋਇਆ ਜੀ। ਫਿਰ ਉੱਥੇ ਐਂਟਰ ਨਹੀਂ ਹੋਣ ਦਿੰਦੇ। ਉਹ ਐਂਟਰ ਵੀ ਹੋ ਜਾਂਦਾ ਕਈ ਵਾਰ, ਫਿਰ ਉਹਨੂੰ ਕੁਰਸੀ ਨਹੀਂ ਮਿਲਦੀ। ਬਿਲਕੁਲ। ਫਿਰ ਜੇ ਕੁਰਸੀ ਮਿਲ ਗਈ, ਜੱਦੋ ਜਹਿਦ ਤੋਂ ਬਾਅਦ ਮੈਂ ਦੇਖਿਆ ਪੱਤਰਕਾਰਾਂ ਦੇ ਨਾਲ ਕਿੰਨੀ ਭੈੜੀ ਹੋ ਜਾਂਦੀ ਹੈ ਕਈ ਵਾਰ, ਜੱਦੋ ਜਹਿਦ ਤੋਂ ਬਾਅਦ ਉਹਨੂੰ ਕੁਰਸੀ ਮਿਲ ਗਈ, ਤਾਂ ਉੱਥੇ ਜੇ ਉਹਨੇ ਫਿਰ ਵੀ ਇੱਕ ਸਵਾਲ ਜਨਤਾ ਦੇ ਹਿੱਤ ਵਿੱਚ ਪੁੱਛ ਲਿਆ ਜੀ, ਤਾਂ ਉੱਥੇ ਇੱਕ ਭਰੀ ਮਹਿਫਿਲ ਦੇ ਵਿੱਚ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰ ਪਰਚਾ ਦਰਜ ਕਰਾਉਣ ਦੀ ਨੌਬਤ ਉੱਥੇ ਆਉਂਦੀ ਹੈ ਜੀ ਵੀ ਜੀ ਇਹ ਤਾਂ ਪੱਤਰਕਾਰ ਹੀ ਨਹੀਂ, ਇਹ ਸਾਡੀ ਕਾਨਫਰੰਸ ਦੇ ਵਿੱਚ ਕਿਵੇਂ ਆ ਗਿਆ। ਬਿਲਕੁਲ। ਜੇ ਉੱਥੋਂ ਸਾਰਾ ਕੁਝ ਨਿਬੜ ਵੀ ਜਾਵੇ, ਆਪਾਂ ਕਹਿ ਦਈਏ ਵੀ ਸਾਰਾ ਕੁਝ ਹੋ ਗਿਆ ਜੀ, ਫਿਰ ਉਹਨੂੰ ਕਿਸੇ ਨਾ ਕਿਸੇ ਤਰੀਕੇ ਉਲਝਾਉਣ ਦਾ ਦੇਖਿਆ ਜਾਂਦਾ ਵੀ ਇਸ ਪੱਤਰਕਾਰ ਨੂੰ ਕਿਵੇਂ ਉਲਝਾਈਏ। ਇੱਕ ਮੈਂ ਕਹੂੰਗਾ ਸਾਡੇ ਸਮਾਜ ਦਾ ਬਰਾੜ ਸਾਹਿਬ ਇਸ ਵੇਲੇ ਹਾਲਾਤ ਕੀ ਨੇ, ਪੱਤਰਕਾਰ ਇੱਕ ਸੱਚ ਇਹ ਹੈ, ਓਪੋਜੀਸ਼ਨ ਦਾ ਰੋਲ ਅਦਾ ਕਰਨ ਦੇ ਬਾਵਜੂਦ, ਲੋਕ ਹਿੱਤ ਹੋਣ ਦੇ ਬਾਵਜੂਦ, ਸਰਕਾਰਾਂ ਦੇ ਨਾਲ ਜਿਵੇਂ ਕਹਿੰਦੇ ਟੱਕਰ ਲੈਣ ਦੇ ਬਾਵਜੂਦ, ਸਾਡੀ ਜਿਹੜੀ ਆਮ ਪਬਲਿਕ ਹੈ ਪੱਤਰਕਾਰਾਂ ਨੂੰ ਇੱਕ ਬਲੈਕਮੇਲਰ ਦੇ ਨਜ਼ਰੀਏ ਨਾਲ ਦੇਖਦੀ ਹੈ। ਉਹ ਸਾਡੇ ਦੇਸ਼ ਦਾ ਜਿਵੇਂ ਕਹਿੰਦਾ ਦੁਰਭਾਗਿਆ ਹੈ। ਪੱਤਰਕਾਰ ਨੇ ਕੀ ਕੀਤਾ ਹੈ, ਉਸ ਨੇ ਲੋਕ ਹਿੱਤ ਦੇ ਵਿੱਚ ਖਬਰ ਲਾਈ, ਉਸ ਨੇ ਸਰਕਾਰ ਦੇ ਉਲਟ ਖਬਰ ਲਗਾਈ, ਉਸ ਨੇ ਲੋਕਾਂ ਨੂੰ ਚਾਨਣ ਪਾਇਆ। ਲੇਕਿਨ ਉਸ ਨੂੰ ਲੀਡਰ ਜਦੋਂ ਪੇਸ਼ ਕਰਦੇ ਆ, ਉਹ ਕਹਿੰਦੇ ਜੀ ਉਹ ਫਲਾਨਾ ਤਾਂ ਬਲੈਕਮੇਲਰ ਹੈ। ਪੱਤਰਕਾਰ ਨੇ 2 ਵਾਰੀ ਖਬਰ ਲਗਾਤੀ, 3 ਵਾਰੀ ਲਗਾਤੀ, ਚੌਥੀ ਵਾਰ ਜਦੋਂ ਨਹੀਂ ਲਗਾਈ ਤਾਂ ਫਿਰ ਕਿਤੇ ਨਾ ਕਿਤੇ ਕਹਿੰਦੇ ਵਿਕ ਗਿਆ। ਉਹਨੂੰ ਇਸ ਨਜ਼ਰੀਏ ਨਾਲ ਦੇਖ ਰਹੇ ਆ, ਜਦ ਕਿ ਇਹ ਹਕੀਕਤ ਨਹੀਂ ਹੈ। ਹਕੀਕਤ ਕੁਝ ਹੋਰ ਹੈ। ਹਕੀਕਤ ਇਹ ਹੈ ਵੀ ਪੱਤਰਕਾਰ ਇੱਕ ਐਸਾ ਵਿਅਕਤੀ ਹੈ ਜਿਸ ਨੇ ਲੋਕਾਂ ਦੇ ਲਈ ਸਰਕਾਰਾਂ ਨਾਲ ਪੰਗਾ ਲਿਆ, ਲੋਕਾਂ ਦੇ ਲਈ, ਜਿਸ ਦੀ ਕਿਸੇ ਦੀ ਥਾਣੇ ਦੇ ਵਿੱਚ ਸੁਣੀ ਨਹੀਂ ਗਈ, ਜਿਹਦੇ ਕੋਲ ਪੈਸਾ ਨਹੀਂ ਹੈਗਾ, ਪੈਸੇ ਤੋਂ ਬਿਨਾਂ ਕੁਦਰਤੀ ਕਿਸੇ ਥਾਣੇਦਾਰ ਨੇ ਉਹਦੀ ਸੁਣੀ ਨਹੀਂ, ਉਹਦੇ ਨਾਲ ਬਹੁਤ ਧੱਕਾ ਹੋਇਆ, ਕਿਸੇ ਤਰ੍ਹਾਂ ਦਾ ਕ੍ਰਾਈਮ ਹੋਇਆ, ਕੋਈ ਠੱਗੀ ਹੋਈ ਹੈ, ਥਾਣੇ 'ਚ ਸੁਣੀ ਨਹੀਂ ਗਈ ਤਾਂ ਉਹਦੀ ਪੱਤਰਕਾਰ ਸੁਣਦਾ, ਲੋਕਾਂ ਦੇ ਵਿੱਚ ਜਗ ਜ਼ਾਹਰ ਕਰਦਾ। ਕੋਈ ਗਰੀਬ ਹੈ, ਉਸ ਦੇ ਘਰ ਕੋਈ ਦਵਾਈ ਨੂੰ ਪੈਸੇ ਨਹੀਂ, ਪੱਤਰਕਾਰ ਜਗ ਜ਼ਾਹਰ ਕਰਦਾ, ਲੋਕ ਉਹਦੀ ਹੈਲਪ ਕਰਦੇ ਆ। ਲੇਕਿਨ ਪੱਤਰਕਾਰ ਨੇ ਜਦੋਂ ਕਿਸੇ ਦੇ ਖਿਲਾਫ ਖਬਰ ਲਾਤੀ, ਉਹਦੇ ਲਈ ਤਾਂ ਉਹ ਬਲੈਕਮੇਲਰ ਹੈ ਹੀ ਹੈ, ਕਿਉਂਕਿ ਉਹਦੇ ਖਿਲਾਫ ਲਗਾਈ ਹੈ। ਜਿਹਦੇ ਹਿੱਤ 'ਚ ਲਗਾਈ ਹੈ ਉਹਨੂੰ ਬਾਕੀ ਦੇ ਸਮਝਾ ਦਿੰਦੇ ਆ ਵੀ ਪੱਤਰਕਾਰ ਬਲੈਕਮੇਲਰ ਹੀ ਹੁੰਦਾ। ਜਦ ਕਿ ਮੇਰੀ ਸੋਚ ਇਹ ਕਹਿੰਦੀ ਹੈ ਵੀ ਪੱਤਰਕਾਰ ਤੋਂ ਵਧੀਆ ਤੁਹਾਡਾ ਕੋਈ ਵੀ ਦੋਸਤ ਨਹੀਂ ਹੋ ਸਕਦਾ, ਤੁਹਾਡਾ ਵੈਲ ਵਿਸ਼ਰ ਪੱਤਰਕਾਰ ਤੋਂ ਵਧੀਆ ਕੋਈ ਵੀ ਨਹੀਂ ਹੋ ਸਕਦਾ, ਜੋ ਕਿ ਹਮੇਸ਼ਾ ਹੀ ਸਰਕਾਰ ਦੇ ਉਲਟ ਚੱਲਦਾ। ਜਿਹੜੀ ਮਰਜ਼ੀ ਸਰਕਾਰ ਆ ਜੇ, ਹਮੇਸ਼ਾ ਹੀ ਲੋਕ ਹਿੱਤ ਦੀ ਗੱਲ ਕਰਦਾ, ਜਿਹੜੀ ਮਰਜ਼ੀ ਸਰਕਾਰ ਆ ਜੇ। ਵਕੀਲ ਸਾਹਿਬ, ਪੱਤਰਕਾਰਤਾ 'ਤੇ ਤੁਸੀਂ ਬੜਾ ਚਾਨਣਾ ਪਾਇਆ, ਪੱਤਰਕਾਰਾਂ ਬਾਰੇ ਬੜਾ ਚਾਨਣਾ ਪਾਇਆ, ਸਰਕਾਰਾਂ ਬਾਰੇ ਅਤੇ ਪੱਤਰਕਾਰਾਂ ਦੇ ਤਾਲਮੇਲ ਬਾਰੇ ਬਹੁਤ ਵਧੀਆ ਚਾਨਣਾ ਸਾਡੇ ਦਰਸ਼ਕਾਂ ਨੂੰ ਤੁਸੀਂ ਬਹੁਤ ਵਿਸਥਾਰ ਦੇ ਨਾਲ ਦੱਸਿਆ। ਤੁਸੀਂ ਇਸ ਲਈ ਪੱਤਰਕਾਰਾਂ ਦੇ ਵਿਸ਼ੇ ਉੱਪਰ ਜਿਹੜਾ ਹੈ, ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੇਰਾ ਮੈਸੇਜ ਦਰਸ਼ਕਾਂ ਨੂੰ ਇਹੀ ਹੈ ਕਿ ਸਭ ਤੋਂ ਪਹਿਲੀ ਗੱਲ ਇਹ ਹੈ, ਪੱਤਰਕਾਰ ਜੋ ਕਿ ਆਪਣੇ ਹਿੱਤਾਂ ਦੀ ਗੱਲ ਕਰਦੇ ਹੈ, ਉਹਨਾਂ ਦੇ ਲਈ ਆਪਾਂ ਨੂੰ ਨਜ਼ਰੀਆ ਬਦਲਣਾ ਪਊਗਾ। ਦੂਜੀ ਗੱਲ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕਦੇ ਕਿਸੇ ਪਾਰਟੀ ਦੀ, ਕਦੇ ਕਿਸੇ ਪਾਰਟੀ ਦੀ।
ਅਸੀਂ ਲੋਕ ਆਮ ਤੌਰ 'ਤੇ ਦੇਖਦੇ ਹਾਂ ਜਦੋਂ ਇਲੈਕਸ਼ਨ ਆ ਜਾਂਦੀ ਹੈ, ਥਾਂ ਥਾਂ 'ਤੇ ਰੈਲੀਆਂ ਹੁੰਦੀਆਂ, ਥਾਂ ਥਾਂ 'ਤੇ ਪ੍ਰੋਗਰਾਮ ਹੁੰਦੇ ਆ, ਅਸੀਂ ਲੋਕ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਇੱਕ ਲੀਡਰ ਦੇ ਆਪਣੇ ਆਪ ਨੂੰ ਨੇੜੇ ਦਿਖਾਉਣ ਦੇ ਲਈ ਖਰਚਾ ਵੀ ਕਰਦੇ ਹਾਂ, ਪ੍ਰੋਗਰਾਮ ਮੈਨੇਜ ਵੀ ਕਰਦੇ ਹਾਂ, ਆਪਦਾ ਕਾਰੋਬਾਰ ਵੀ ਛੱਡਦੇ ਹਾਂ, ਟਾਈਮ ਵੀ ਛੱਡਦੇ ਹਾਂ, ਸਾਰਾ ਕੁਝ ਕਰਨ ਤੋਂ ਬਾਅਦ ਲੇਕਿਨ ਜਦੋਂ ਉਹ ਲੀਡਰ ਜਿੱਤ ਜਾਂਦਾ ਹੈ, ਕਿਸੇ ਨਾ ਕਿਸੇ ਪੋਸਟ 'ਤੇ ਵਗ ਜਾਂਦਾ ਹੈ, ਉਹ ਤੁਹਾਡਾ ਫੋਨ ਚੁੱਕਣਾ ਬੰਦ ਕਰ ਦਿੰਦਾ ਹੈ, ਤੁਹਾਨੂੰ ਬੁਲਾਉਣੋਂ ਹਟ ਜਾਂਦਾ ਹੈ ਜਾਂ ਇਗਨੋਰ ਕਰ ਦਿੰਦਾ ਹੈ। ਵੋਟਾਂ ਫੇਰ ਆ ਜਾਂਦੀਆਂ, ਉਹ ਫੇਰ ਆ ਜਾਂਦਾ ਹੈ। ਲੇਕਿਨ ਇੱਕ ਪੱਤਰਕਾਰ, ਅਖਬਾਰ, ਚੈਨਲ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਦਾ ਦਫ਼ਤਰ ਮੈਂ ਦੇਖਿਆ ਵੀ ਕਦੇ ਵੀ ਬੰਦ ਨਹੀਂ ਹੋਇਆ ਲੋਕਾਂ ਦੇ ਲਈ, ਕਦੇ ਵੀ। ਜਦੋਂ ਵੀ ਕੋਈ ਮਰਜ਼ੀ ਸਰਕਾਰ ਆ ਜੇ, ਜੋ ਮਰਜ਼ੀ ਹਾਲਾਤ ਹੋ ਜਾਣ, ਈਵਨ ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਕੋਵਿਡ-19 ਦੀਆਂ ਰਿਸਟ੍ਰਿਕਸ਼ਨਸ ਆਈਆਂ ਸੀ, ਬਹੁਤ ਸਖਤਾਈ ਹੋਈ ਸੀ, ਲੇਕਿਨ ਪੱਤਰਕਾਰ ਦਾ ਦਫ਼ਤਰ ਨਹੀਂ ਬੰਦ ਹੋਇਆ ਸੀ। ਇਸ ਕਰਕੇ ਪੱਤਰਕਾਰਾਂ ਦੇ ਪ੍ਰਤੀ ਆਪਾਂ ਨੂੰ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਅਤੇ ਇਹਨਾਂ ਦੇ ਨਾਲ ਹੀ ਮਿਲ ਕੇ ਆਪਾਂ ਨੂੰ ਜਿਹੜਾ ਹੈ ਸਰਕਾਰਾਂ ਨੂੰ ਇੱਕ ਸੇਧ ਦੇਣੀ ਚਾਹੀਦੀ ਹੈ ਕਿ ਕਾਨੂੰਨ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣੇ ਚਾਹੀਦੇ ਹੈ ਜੋ ਲੋਕ ਹਿਤਕਾਰੀ ਹੋਣ। ਸੋ ਦਰਸ਼ਕੋ, ਇਹ ਸਨ ਐਡਵੋਕੇਟ ਧੀਰਜ ਕੁਮਾਰ ਜੀ, ਅਤੇ ਇਹਨਾਂ ਨੇ ਬੜੀ ਵਿਸਥਾਰਪੂਰਵਕ ਜਿਹੜੀ ਹੈ ਜਾਣਕਾਰੀ ਪੱਤਰਕਾਰਤਾ ਫੋਰਥ ਪਿਲਰ ਜਿਹੜਾ ਹੈ ਸੰਵਿਧਾਨ ਦਾ, ਉਹਦੇ ਬਾਰੇ ਚਾਨਣਾ ਪਾਇਆ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਬਰਾੜ ਸਾਹਿਬ, ਧੰਨਵਾਦ।